ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨੇਊ ਧਾਰਨ ਦੀ ਸਾਖੀ ਜੋ ਕੱਲ੍ਹ ਵਿਚਾਰੀ ਸੀ, ਉਸ ਦਾ ਅੱਧਾ ਹਿੱਸਾ ਅੱਜ ਸੰਪੂਰਨ ਕਰਨਾ ਹੈ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਤਿਗੁਰ ਜੀ ਨੇ ਜਦੋਂ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਤਾਂ ਦੂਸਰੇ ਦਿਨ ਸਤਿਗੁਰ ਜੀ ਨੇ ਦੂਜਾ ਸ਼ਲੋਕ ਉਚਾਰਿਆ। ਤਾਂ ਪ੍ਰਾਰੰਭ ਕਰਦਿਆਂ, ਚੌਂਕੜ ਮੁੱਲ ਅਣਾਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜਾਈਆਂ, ਗੁਰੂ ਬ੍ਰਾਹਮਣ ਥੀਆ। ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ। ਤਿਸ ਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ, ਸੁਣੋ ਪੰਡਤ ਜੀ, ਇਹ ਐਵੇਂ ਹੀ ਗੱਲ ਹੈ। ਇਹ ਤਾਂ ਸਭੋ ਗੱਲਾਂ ਮਨੁੱਖਾਂ ਦੀਆਂ ਥਾਪੀਆਂ ਹੋਈਆਂ ਹਨ। ਆਪੇ ਹੀ ਮਨੁੱਖਾਂ ਨੇ ਚੌਂਕਾ ਪਾਇਆ, ਆਪੇ ਹੀ ਮਨੁੱਖਾਂ ਨੂੰ ਚੌਂਕੇ ਵਿੱਚ ਬਿਠਾਇਆ ਅਤੇ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਾਇਆ, ਜਨੇਊ ਪਾਇਆ। ਉਸ ਮਨੁੱਖ ਨੇ ਕਿਹਾ, ਇਹ ਬ੍ਰਾਹਮਣ ਮੇਰਾ ਗੁਰੂ ਹੋਏ ਪਹੁੰਚਿਆ ਹੈ, ਜਿਸ ਨੇ ਮੈਨੂੰ ਦੀਖਿਆ ਦੇ ਕਰ ਜਨੇਊ ਪਾਇਆ ਹੈ। ਅਤੇ ਸੁਣੋ ਪਾਂਧਾ ਜੀ, ਜਾਂ ਉਹ ਮਨੁੱਖ ਮਰ ਗਿਆ ਤਾਂ ਉਹ ਜਨੇਊ ਪੀ ਜਲ ਗਿਆ, ਅਤੇ ਉਹ ਜੀਵ ਪੀ ਵੇ ਤੱਗਾ ਹੀ ਗਿਆ। ਅਤੇ ਸੁਣੋ ਪਾਂਧਾ ਜੀ, ਬ੍ਰਾਹਮਣ ਵੀ ਉਸ ਜਨੇਊ ਨੂੰ ਥਾਪਣ, ਜੋ ਜਿਹੜਾ ਜਨੇਊ ਅਗਲੀ ਦਰਗਾਹ ਵਿੱਚ ਨਾਲ ਚੱਲੇ। ਅਤੇ ਜਿਤਨੀਆਂ ਵਸਤੂ ਸੰਸਾਰ ਨੇ ਥਾਪੀਆਂ ਹਨ, ਸੋ ਇੱਥੇ ਹੀ ਰਹਿ ਜਾਣਗੀਆਂ, ਅਤੇ ਉਹ ਸਬਤ ਵੀ ਇੱਥੇ ਹੀ ਰਹੇਗੀ। ਅਤੇ ਸ੍ਰੀ ਪਰਮੇਸ਼ਰ ਜੀ ਕੀ ਦਰਗਾਹ ਵਿੱਚ ਉਸ ਵਸਤੂ ਕੀ ਸ਼ੋਭਾ ਨਹੀਂ ਹੁੰਦੀ। ਔਰ ਜੋ ਸ੍ਰੀ ਪਰਮੇਸ਼ਰ ਜੀ ਨੇ ਵਸਤੂ ਥਾਪੀਆਂ ਹਨ, ਜੋ ਵਸਤੂ ਸੰਸਾਰ ਨੂੰ ਨਹੀਂ ਭਾਉਂਦੀਆਂ। ਸੋ ਸੁਣੋ ਪੰਡਤ ਜੀ, ਸਾਨੂੰ ਤਾਂ ਸ੍ਰੀ ਪਰਮੇਸ਼ਰ ਜੀ ਨਾਲ ਮੁੱਦਾ ਹੈ, ਅਤੇ ਤੂੰ ਸਾਨੂੰ ਸੰਸਾਰ ਦੀਆਂ ਗੱਲਾਂ ਦੜਾਉਂਦਾ ਹੈ, ਸੋ ਤਾਂ ਸਾਡੇ ਕਿਸੇ ਕੰਮ ਨਹੀਂ। ਸੋ ਜਿਤਨੇ ਤਾਂ ਇਹ ਬਚਨ ਗੁਰੂ ਨਾਨਕ ਜੀ ਦੇ ਸੁਣੇ ਸਨ, ਸੋ ਤਾਂ ਵਾਹ ਵਾਹ ਕਰ ਉੱਠੇ, ਕਹਿਣ ਲੱਗੇ, ਹੇ ਸ੍ਰੀ ਪਰਮੇਸ਼ਰ ਜੀ, ਤੂੰ ਇਤਨੇ ਬਾਲਕ 'ਤੇ ਕਿਆ ਕਿਰਪਾ ਕੀਤੀ ਹੈ। ਤਾਂ ਫਿਰ ਪੰਡਤ ਨੇ ਕਿਹਾ, ਹੇ ਨਾਨਕ ਜੀ, ਤੇਰੇ ਜਨੇਊ ਪਾਵਣੇ ਕਰਕੇ ਕਾਲੂ ਨੇ ਇਤਨਾ ਦਰਬ ਖਰਚ ਕਰਿਆ ਹੈ, ਔਰ ਕਿਤਨੇ ਹੀ ਭਾਈ ਸੰਬੰਧੀ ਇਕੱਤਰ ਹੋਏ ਹਨ ਅਤੇ ਆਏ ਕੇ ਬੈਠੇ ਹਨ। ਪਰ ਜੇ ਤੂੰ ਹੁਣ ਜਨੇਊ ਨਾ ਪਾਵੇਂਗਾ ਤਾਂ ਜਿਤਨਾ ਪਦਾਰਥ ਲਗਾਇਆ ਹੈ ਸਭ ਇੱਥੇ ਹੀ ਰਹਿ ਜਾਵੇਗਾ। ਜਿਤਨੇ ਸੰਬੰਧੀ ਆਏ ਹਨ ਅਤੇ ਬ੍ਰਾਹਮਣ ਵੇਦ ਪਾਠੀ ਆਏ ਹੋਏ ਹਨ, ਸਭ ਬਿਰਥੇ ਜਾਵਣਗੇ। ਅਤੇ ਜਿਉਂ ਤੇਰੇ ਜੀ ਮੈਂ ਆਵੇ ਤਿਵੇਂ ਕਰ। ਤਾਂ ਗੁਰੂ ਨਾਨਕ ਜੀ ਸ਼ਲੋਕ ਕਿਹਾ, ਤੱਗ ਕਪਾਹੂ ਕੱਤੀਐ, ਬਾਹਮਣ ਵੱਟੇ ਆਏ, ਕੋਹ ਬੱਕਰਾ ਰਿੰਨ ਖਾਇਆ, ਸਭ ਕੋ ਆਖੈ ਪਾਏ। ਹੋਏ ਪੁਰਾਣਾ ਸੁੱਟੀਐ, ਹੀ ਫਿਰ ਪਾਈਐ ਹੋਰ, ਨਾਨਕ ਤੱਗ ਨ ਟੁੱਟਈ, ਜੇ ਤੱਗ ਹੋਵੈ ਜੋਰ। ਇਸ ਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ, ਜੋ ਹੈ ਸੁਆਮੀ ਦੇ ਉੱਤੇ ਤੂੰ ਸਾਡੇ ਗਲ ਵਿੱਚ ਜਨੇਊ ਤਦ ਪਾਓ ਤਾਂ ਇਹ ਟੁੱਟੇ ਨਹੀਂ। ਜੇ ਇਹ ਜਨੇਊ ਟੁੱਟ ਪਿਆ ਤਾਂ ਇਹ ਜਨੇਊ ਪਾਏ ਕਾ ਕਿਆ ਗੁਣ ਹੋਇਆ। ਪਰ ਸੁਣੋ ਹੇ ਸੁਆਮੀ ਜੀ, ਇਹ ਤੱਗ ਭਾਵੇਂ ਕਿਤਨੇ ਹੀ ਪਾਓ, ਪਰ ਇਸ ਤੱਗ ਨਾਲ ਮੁਕਤ ਨਹੀਂ। ਤਾਂ ਫਿਰ ਪੰਡਤ ਨੇ ਕਿਹਾ, ਮਹਿਤਾ ਕਾਲੂ ਜੀ, ਤੇਰਾ ਪੁੱਤਰ ਕੋਈ ਦੇਵਤਾ ਹੈ, ਆਪੇ ਹੀ ਜਨੇਊ ਪਾਵੇ। ਤਾਂ ਮਹਿਤੇ ਕਾਲੂ ਕਿਹਾ, ਬੱਚਾ, ਮਹਾਂਪੁਰਖ ਦੀ ਜਗਤ ਦੀ ਚਾਲ ਕਰਤੇ ਹਨ,
ਤਾਂ ਬਾਬੇ ਕਿਹਾ ਜਿਵੇਂ ਤੁਹਾਡੀ ਰਜਾਏ। ਤਾਂ ਪੰਡਤ ਨੇ ਕਿਹਾ ਹੇ ਨਾਨਕ ਜੀ ਇਸ ਜਨੇਊ ਕੋ ਪਵਿੱਤਰ ਕਰੋ। ਤਾਂ ਬਾਬੇ ਜੀ ਨੇ ਜਨੇਊ ਪਾਈ ਕਰ ਪੰਡਤ ਕਿਹਾ ਹੇ ਨਾਨਕ ਜੀ। ਬਾਬੇ ਜੀ ਨੇ ਜਨੇਊ ਪਾਇਆ। ਫਿਰ ਪੰਡਤ ਜੀ ਕਿਹਾ ਹੇ ਨਾਨਕ ਜੀ ਜੋ ਸੱਚ ਕਾ ਤਗ ਹੈ ਔਰ ਜਿਸ ਵਿੱਚ ਜ਼ੋਰ ਹੈ ਅਤੇ ਮੈਲਾ ਵੀ ਕਦੇ ਨਾ ਹੋਵੇ ਔਰ ਟੁੱਟੇ ਵੀ ਨਾਹੀਂ, ਸ੍ਰੀ ਪਰਮੇਸ਼ਰ ਜੀ ਕੀ ਦਰਗਾਹ ਵਿੱਚ ਵੀ ਪਹੁੰਚੇ ਸੋ ਤਗ ਕਹੀਏ। ਤਾਂ ਸ੍ਰੀ ਗੁਰੂ ਜੀ ਨੇ ਸ਼ਲੋਕ ਕਿਹਾ ਨਾਏ ਮੰਨੀਏ ਪਤ ਉਪਜੈ ਸਾਲਾਹੀ ਸੱਚ ਸਤ ਦਰਗਹਿ ਅੰਦਰ ਪਾਈਐ ਤਗ ਨਾ ਟੁੱਟਸ ਪੁੱਤ। ਨਾਏ ਮੰਨੀਏ ਪਤ ਉਪਜੈ ਸਾਲਾਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤਗ ਨਾ ਟੁੱਟਸ ਪੂਤ। ਇਸਕਾ ਪਰਮਾਰਥ ਸੁਣੋ ਪੰਡਿਤ ਜੀ। ਮਾਨਖ ਨੂੰ ਇਹ ਚਾਹੀਦਾ ਹੈ ਜੋ परमेश्वर जी की सलाह करे और सच्चे को घर में रहे और सत के सूत का जनेऊ पावे। जिस जनेऊ नू सच का जोर है सो वो तग सदा ही अस्त्र है। हे पंडित जी परमेश्वर का नाम मनना जो कपाह उगावे और सच्ची सलाह का सूत कत्ते सतगुरां दे दरबार सच्चे का तग पावे सो तग टुटदा नहीं। ऐसा तग परमेश्वर की किरपा होए ਤਾਂ इस जीव ਨੂੰ मिलता है। सर्व ਸਥਾਨਾਂ ਵਿੱਚ ਇਹ ਨਾਲ ਹੀ ਰਹਿੰਦਾ ਹੈ। ਇਹ ਉਪਦੇਸ਼ ਹਰ ਦਿਆਲ ਨੇ ਮਨ में ਧਾਰਨ किया ਅਤੇ ਗੁਰੂ ਨਾਨਕ ਜੀ ਨੂੰ ਧੰਨ ਧੰਨ ਕਿਹਾ। हे ਨਾਨਕ ਜੀ तेरी महिमा तू ही जाने और सब देवी सब वेदी वंश को और ब्राह्मणों को भोजन कराया बड़े उत्साह साथ और ब्राह्मणों को दक्षिणा दी। आशीर्वाद कहकर सब ब्राह्मण अपने गृह को जाते पे और सब जात भाई भी बड़े छोटे प्रसन्न होए कर अपने स्थान को प्राप्त हुए। बोलो भाई जी वाहिगुरू। साध संगत जी ये जनेऊ धारण की साखी संपूर्ण हुई। कल नूं अगे साखी गऊआं मईयां चराउण की साखी चलूगी। सो आप अज होईयां गलतियां की खिमा। वाहिगुरू जी का खालसा वाहिगुरू जी की